ਹੈਲੋ ਡੀਅਰ ਸਟੂਡੈਂਟਸ, ਅੱਜ ਅਸੀਂ ਕਰਾਂਗੇ ਐਸਐਸਟੀ ਦੇ ਵਿੱਚ ਇਤਿਹਾਸ ਦਾ ਲੈਸਨ ਨੰਬਰ 8 ਪ੍ਰਾਚੀਨ ਇਤਿਹਾਸ ਦਾ ਅਧਿਐਨ ਅਤੇ ਸਰੋਤ। ਇਤਿਹਾਸ, ਪ੍ਰਾਚੀਨ ਇਤਿਹਾਸ ਕਿਸ ਤਰ੍ਹਾਂ ਦਾ ਸੀ, ਉਸ ਦਾ ਅਧਿਐਨ ਅਤੇ ਸਰੋਤ ਬਾਰੇ ਪੜਾਂਗੇ। ਸਭ ਤੋਂ ਪਹਿਲਾਂ ਜਾਣ ਪਛਾਣ। ਇਤਿਹਾਸ ਅਤੀਤ ਦਾ ਅਧਿਐਨ ਹੈ। ਜਿਹੜਾ ਇਤਿਹਾਸ ਹੈ ਇਹ ਸਾਡੇ ਆਉਣ ਵਾਲੇ ਅਤੀਤ ਦਾ ਇੱਕ ਅਧਿਐਨ ਹੈ, ਇੱਕ ਹਿੱਸਾ ਹੈ। ਇਹ ਸਾਨੂੰ ਦੱਸਦਾ ਹੈ ਕਿ ਸ਼ੁਰੂ ਵਿੱਚ ਮਨੁੱਖ ਕਿਵੇਂ ਰਹਿੰਦਾ ਸੀ ਅਤੇ ਕਿਵੇਂ ਸਮੇਂ ਦੇ ਨਾਲ ਨਾਲ ਸੱਭਿਅਤਾਵਾਂ ਦਾ ਵਿਕਾਸ ਹੋਇਆ। ਇਸ ਇਤਿਹਾਸ ਤੋਂ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਜਦੋਂ ਮਨੁੱਖ ਦਾ ਜੀਵਨ ਸ਼ੁਰੂ ਹੋਇਆ ਤਾਂ ਮਨੁੱਖ ਕਿਸ ਤਰ੍ਹਾਂ ਰਹਿੰਦਾ ਸੀ ਅਤੇ ਉਸ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ, ਉਸ ਦੀਆਂ ਸੱਭਿਅਤਾਵਾਂ ਦਾ ਕਿਸ ਤਰ੍ਹਾਂ ਵਿਕਾਸ ਹੋਇਆ, ਉਸਨੇ ਕਿਸ ਤਰ੍ਹਾਂ ਤਰੱਕੀ ਕੀਤੀ। ਇਤਿਹਾਸ ਚੰਗੇ ਭਵਿੱਖ ਲਈ ਅਤੀਤ ਦਾ ਅਧਿਐਨ ਹੈ। ਜਿਹੜਾ ਇਤਿਹਾਸ ਹੈ ਇਹ ਕੀ ਹੈ, ਸਾਡੇ ਆਉਣ ਵਾਲੇ ਚੰਗੇ ਭਵਿੱਖ ਦੇ ਲਈ ਇੱਕ ਕੀ ਹੈ, ਇੱਕ ਅਧਿਐਨ ਹੈ। ਠੀਕ ਹੈ ਜੀ, ਜਿਸ ਦੇ ਨਾਲ ਸਾਡਾ ਆਉਣ ਵਾਲਾ ਭਵਿੱਖ ਵਧੀਆ ਹੁੰਦਾ ਹੈ। ਜੇਕਰ ਅਸੀਂ ਆਪਣੇ ਭਵਿੱਖ ਵਿੱਚ ਇੱਕ ਮਜ਼ਬੂਤ ਅਤੇ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਅਤੇ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਵਰਤਮਾਨ ਸਥਿਤੀ ਕਿਵੇਂ ਪਹੁੰਚੇ। ਕਹਿੰਦੇ ਕਿ ਜੇਕਰ ਅਸੀਂ ਆਪਣੇ ਅਤੀਤ ਬਾਰੇ, ਆਪਣੇ ਭਵਿੱਖ ਨੂੰ ਵਧੀਆ ਅਤੇ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਅੱਗੇ ਵਧਣ ਦੇ ਨਾਲ ਨਾਲ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਵਰਤਮਾਨ ਸਮਾਂ ਸਾਡਾ ਕਿਸ ਤਰ੍ਹਾਂ ਦਾ ਸੀ, ਸਾਡੀ ਵਰਤਮਾਨ ਸਥਿਤੀ ਕਿਸ ਤਰ੍ਹਾਂ ਦਾ ਸੀ ਅਤੇ ਕਿਹੜੀਆਂ ਔਕੜਾਂ ਦਾ ਸਾਨੂੰ ਸਾਹਮਣਾ ਕਰਨਾ ਪਿਆ ਅਤੇ ਕਿਸ ਤਰ੍ਹਾਂ ਅਸੀਂ ਆਪਣੀ ਸੱਭਿਅਤਾਵਾਂ ਦਾ ਵਿਕਾਸ ਕੀਤਾ। ਫਸਟ ਪੁਆਇੰਟ ਹੈ ਪੂਰਵ ਇਤਿਹਾਸ। ਜਿਸ ਕਾਲ ਦਾ ਸਾਡੇ ਕੋਲ ਕੋਈ ਲਿਖਤੀ ਵੇਰਵਾ ਨਹੀਂ, ਉਸ ਨੂੰ ਪੂਰਵ ਇਤਿਹਾਸ ਕਿਹਾ ਜਾਂਦਾ ਹੈ। ਜਿਸ ਕਾਲ ਦਾ ਸਾਡੇ ਕੋਲ ਕੋਈ ਲਿਖਤੀ ਵੇਰਵਾ ਨਹੀਂ ਹੁੰਦਾ, ਜਿਸ ਦਾ ਕੋਈ ਰਿਟਨ ਦੇ ਵਿੱਚ ਸਾਡੇ ਕੋਲੇ ਵੇਰਵਾ ਨਹੀਂ ਹੈ, ਕੋਈ ਪ੍ਰੂਫ ਨਹੀਂ ਹੈ, ਉਸ ਨੂੰ ਪੂਰਵ ਇਤਿਹਾਸ ਕਿਹਾ ਜਾਂਦਾ ਹੈ। ਸੈਕਿੰਡ ਹੈ ਇਤਿਹਾਸ। ਜਿਸ ਕਾਲ ਦਾ ਸਾਡੇ ਕੋਲ ਕੋਈ ਲਿਖਤੀ ਵੇਰਵਾ ਹੈ ਉਸ ਨੂੰ ਇਤਿਹਾਸ ਕਿਹਾ ਜਾਂਦਾ। ਜਿਸ ਦਾ ਸਾਡੇ ਕੋਲ ਰਿਟਨ ਦੇ ਵਿੱਚ ਕੋਈ ਪ੍ਰੂਫ ਹੈ, ਵੇਰਵਾ ਹੈ, ਜਾਣਕਾਰੀ ਹੈ, ਉਸ ਨੂੰ ਅਸੀਂ ਇਤਿਹਾਸ ਕਹਿੰਦੇ ਹਾਂ। ਕਹਿੰਦੇ ਹਨ ਕਿ ਇਤਿਹਾਸ ਦੇ ਲਿਖਤੀ ਵੇਰਵੇ ਤੋਂ ਸਾਨੂੰ ਮਿਤੀਆਂ, ਲੋਕਾਂ ਦੇ ਨਾਂ ਅਤੇ ਸਥਾਨਾਂ ਬਾਰੇ ਜਾਣਕਾਰੀ ਮਿਲਦੀ ਹੈ। ਇਤਿਹਾਸ ਦੇ ਵਿੱਚ ਸਾਨੂੰ ਲੋਕਾਂ ਦੇ ਮਿਤੀਆਂ ਅਤੇ ਲੋਕਾਂ ਦੇ ਨਾਮ ਅਤੇ ਸਥਾਨਾਂ ਬਾਰੇ ਜਾਣਕਾਰੀ ਮਿਲਦੀ ਹੈ। ਸ਼ੁਰੂ ਵਿੱਚ ਮਨੁੱਖ ਸੀ ਜਿਹੜਾ ਬੱਚੇ ਉਹ ਗੁਫਾਵਾਂ ਵਿੱਚ ਰਹਿੰਦਾ ਸੀ ਅਤੇ ਜਾਨਵਰਾਂ ਦੀ ਤਰ੍ਹਾਂ ਰਹਿੰਦਾ ਸੀ ਅਤੇ ਉਸ ਦਾ ਮਤਲਬ ਕੀ ਸੀ ਕਿ ਉਹਨੂੰ ਰੁੱਖਾਂ ਤੋਂ ਪੈਦਾ ਹੁੰਦਾ, ਕੁਦਰਤੀ ਤੌਰ 'ਤੇ ਰੁੱਖਾਂ ਤੋਂ ਪੈਦਾ ਹੁੰਦਾ ਸੀ। ਠੀਕ ਹੈ, ਜੋ ਕੁਛ ਵੀ ਉਹ ਪ੍ਰਾਪਤ ਕਰਦਾ ਸੀ ਉਹ ਸਾਰਾ ਕੁਦਰਤੀ ਰੁੱਖਾਂ ਤੋਂ ਪ੍ਰਾਪਤ ਕਰਦਾ ਸੀ ਅਤੇ ਉਹ ਜਾਨਵਰਾਂ ਨੂੰ ਮਾਰ ਕੇ ਉਹਨਾਂ ਦਾ ਕੱਚਾ ਮਾਸ ਖਾਂਦਾ ਸੀ। ਹੌਲੀ ਹੌਲੀ ਮਨੁੱਖ ਨੇ ਘਰ ਬਣਾਉਣਾ ਸ਼ੁਰੂ ਕਰ ਦਿੱਤਾ, ਖੇਤੀ ਕਰਕੇ ਅੰਨ ਪੈਦਾ ਸ਼ੁਰੂ ਕਰਦੇ, ਅੱਗ ਬਾਲਣਾ ਅਤੇ ਭੋਜਨ ਪਕਾਉਣਾ ਸ਼ੁਰੂ ਕਰ ਦਿੱਤਾ, ਆਵਾਜਾਈ ਲਈ ਉਹਨੇ ਵਾਹਨਾਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ। ਜਿਹੜੀਆਂ ਹੋਰ ਵੀ ਵਸਤਾਂ ਸੀਗੀਆਂ ਜਿਹੜੀਆਂ ਆਪਣੇ ਆਸ-ਪਾਸ ਦੇਖਦਾ ਸੀ, ਸਭ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਮਨੁੱਖ ਨੇ ਬਹੁਤ ਸਾਰੀ ਮਿਹਨਤ ਕੀਤੀ। ਠੀਕ ਹੈ ਜੀ, ਜਿਵੇਂ ਕਿ ਨੈਕਸਟ ਹੈ ਸਾਡੇ ਕੋਲ ਇਤਿਹਾਸ ਦੇ ਸਰੋਤ। ਮਨੁੱਖ ਕਈ ਅਜਿਹੇ ਤੱਥ ਆਪਣੇ ਪਿੱਛੇ ਛੱਡ ਜਾਂਦਾ ਹੈ ਜਿਨ੍ਹਾਂ ਤੋਂ ਸਾਨੂੰ ਮਨੁੱਖ ਦੀ ਕਹਾਣੀ ਜਾਣਨ ਵਿੱਚ ਸਹਾਇਤਾ ਮਿਲਦੀ ਹੈ। ਕਹਿੰਦੇ ਕਿ ਮਨੁੱਖ ਹੈ ਜਦੋਂ ਆਪਣੇ ਜੀਵਨ ਦੀ ਸ਼ੁਰੂਆਤ ਕਰਦਾ ਹੈ, ਆਪਣੇ ਜੀਵਨ ਦੇ ਵਿੱਚ ਕੁਝ ਅਜਿਹੀਆਂ ਕਹਾਣੀਆਂ ਪਿੱਛੇ ਛੱਡ ਜਾਂਦਾ ਹੈ ਜਿਨ੍ਹਾਂ ਤੋਂ ਸਾਨੂੰ ਉਸ ਦੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ, ਸਾਨੂੰ ਉਸ ਦੀ ਜੀਵਨ ਸ਼ੈਲੀ ਬਾਰੇ ਪਤਾ ਚੱਲਦਾ ਹੈ। ਇਹਨਾਂ ਨੂੰ ਇਤਿਹਾਸ ਦੇ ਸਰੋਤ ਕਿਹਾ ਜਾਂਦਾ ਹੈ। ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਇਤਿਹਾਸ ਦੇ ਸਰੋਤ। ਇਹਨਾਂ ਸਰੋਤਾਂ ਦੇ ਵਿੱਚ ਹੀ ਮਤਲਬ ਕਿ ਜਿਵੇਂ ਮਨੁੱਖ ਹੈ ਜਿਹੜਾ ਕਿ ਉਹ ਸਾਡੇ ਆਲੇ ਦੁਆਲੇ ਦੀਆਂ ਵਸਤਾਂ ਹੋ ਗਈਆਂ, ਘਟਨਾਵਾਂ, ਮਹੱਤਵਪੂਰਨ ਲੋਕ ਹੋ ਗਏ, ਖੋਜਾਂ, ਵਿਗਿਆਨੀ ਹੋ ਗਏ, ਇਹਨਾਂ ਬਾਰੇ ਕੀ ਸਾਨੂੰ ਪੁਸਤਕਾਂ ਤੋਂ ਜਾਣਕਾਰੀ ਮਿਲਦੀ। ਜਿਹੜੇ ਇਤਿਹਾਸਿਕ ਸਰੋਤ ਹੁੰਦੇ ਇਹਨਾਂ ਸਾਰਿਆਂ ਦੀ ਜਾਣਕਾਰੀ ਸਾਡੇ ਆਲੇ ਦੁਆਲੇ ਜਿਹੜੇ ਵਸਤਾਂ ਹੁੰਦੀਆਂ ਨੇਗੀਆਂ, ਘਟਨਾਵਾਂ, ਕਿਹੜੀਆਂ ਘਟਨਾਵਾਂ ਵਾਪਰਦੇ, ਮਹੱਤਵਪੂਰਨ ਲੋਕ, ਇੰਪੋਰਟੈਂਟ ਲੋਕ ਕਿਹੜੇ ਸੀ ਉਸ ਸਮੇਂ, ਕਿਹੜੇ ਲੋਕ ਉਸ ਸਮੇਂ ਦੇ ਵਿੱਚ ਸੀ, ਖੋਜਾਂ ਕਿਹੜੀਆਂ ਹੋਈਆਂ, ਕਿਹੜੇ ਵਿਗਿਆਨੀ ਸੀ, ਇਹਨਾਂ ਸਾਰਿਆਂ ਦੀ ਜਾਣਕਾਰੀ ਸਾਨੂੰ ਪੁਸਤਕਾਂ ਵਿੱਚ ਲਿਖੀ ਮਿਲ ਜਾਂਦੀ ਹੈ। ਇਹਨਾਂ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਚੀਨ ਵਸਤਾਂ, ਖੰਡਰਾਂ ਆਦਿ ਪ੍ਰਾਚੀਨ ਕਾਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਨੇ। ਜਿਹੜੇ ਪੁਰਾਣੀਆਂ ਚੀਜ਼ਾਂ ਹੋ ਗਈਆਂ, ਖੰਡਰ ਹੋ ਗਏ, ਇਹ ਕੀ ਨੇ, ਸਾਨੂੰ ਪੁਰਾਣੇ ਇਤਿਹਾਸ ਬਾਰੇ ਜਾਣਕਾਰੀ, ਪ੍ਰਾਚੀਨ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਨੈਕਸਟ ਹੈ ਬੱਚੇ ਇਤਿਹਾਸ ਦੇ ਪੁਰਾਤਨ ਸਰੋਤ। ਪੁਰਾਤਨ ਇਮਾਰਤਾਂ, ਬਰਤਨਾਂ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ, ਸਿੱਕਿਆਂ ਅਤੇ ਪ੍ਰਾਚੀਨ ਅਭਿਲੇਖਾਂ ਨੂੰ ਇਤਿਹਾਸ ਦੇ ਪੁਰਾਤਨ ਸਰੋਤ ਕਿਹਾ ਜਾਂਦਾ ਹੈ। ਪੁਰਾਤਨ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇਗੀਆਂ, ਬਰਤਨ ਹੋ ਗਏ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਜਿਹੜੀਆਂ ਵਸਤਾਂ ਨੇਗੀਆਂ, ਸਿੱਕੇ ਹੋ ਗਏ ਅਤੇ ਪ੍ਰਾਚੀਨ ਅਭਿਲੇਖਾਂ ਨੂੰ ਇਤਿਹਾਸ ਦੇ ਪੁਰਾਤਨ ਸਰੋਤ ਕਿਹਾ ਜਾਂਦਾ ਹੈ। ਜਿਹੜੇ ਬੱਚੇ ਵਿਗਿਆਨੀ ਸੀ ਉਹਨਾਂ ਨੇ ਪ੍ਰਾਚੀਨ ਕਸਬੇ,
ਪ੍ਰਾਚੀਨ ਕਸਬੇ ਅਤੇ ਨਗਰਾਂ ਦੇ ਸਥਾਨਾਂ 'ਤੇ ਖੁਦਾਈ ਕੀਤੀ ਅਤੇ ਉਹਨਾਂ ਦੀ ਖੁਦਾਈ ਕਰਨ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੀਆਂ ਵਸਤਾਂ ਮਿਲੀਆਂ, ਜਿਵੇਂ ਵੱਖ-ਵੱਖ ਕਲਾ ਦੇ ਬਰਤਨ ਇੱਕ ਦੂਜੇ ਤੋਂ ਵੱਖਰੇ ਹਨ। ਮਤਲਬ ਕਿ ਜਿਹੜੇ ਉਸ ਸਮੇਂ ਕਾਲ ਸੀ, ਉਹਨਾਂ ਕਾਲਾਂ ਦੇ ਵਿੱਚ ਕਿਹੜੇ-ਕਿਹੜੇ ਬਰਤਨ ਵਰਤੇ ਗਏ ਨੇ, ਉਹਨਾਂ ਬਾਰੇ ਵੱਖ-ਵੱਖ ਵੱਖਰੇ ਬਰਤਨ ਮਿਲਦੇ ਹਨ। ਇਹਨਾਂ ਤੋਂ ਉਸ ਸਮੇਂ ਦੇ ਲੋਕਾਂ ਦੀ ਜੀਵਨ ਸ਼ੈਲੀ ਬਾਰੇ ਪਤਾ ਚੱਲਦਾ ਹੈ ਅਤੇ ਸਾਨੂੰ ਉਸ ਸਮੇਂ ਦੇ ਲੋਕਾਂ ਦੇ ਜੀਵਨ ਬਾਰੇ, ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਪੁਰਾਤਨ ਵਿਗਿਆਨੀ ਬੇਟਾ ਜਿਹੜੇ ਜੋ ਵਿਅਕਤੀ ਇਹਨਾਂ ਦਾ ਅਧਿਐਨ ਕਰਦੇ ਹਨ, ਇਤਿਹਾਸਿਕ ਪੁਰਾਤਨ ਸਰੋਤਾਂ ਦਾ ਅਧਿਐਨ ਕਰਦੇ ਹਨ, ਉਹਨਾਂ ਨੂੰ ਪੁਰਾਤਨ ਵਿਗਿਆਨੀ ਕਿਹਾ ਜਾਂਦਾ ਹੈ। ਨੈਕਸਟ ਹੈ ਸਿੱਕੇ। ਪ੍ਰਾਚੀਨ ਕਾਲ ਵਿੱਚ ਕਲੀ, ਤਾਂਬੇ, ਕਾਂਸੇ, ਚਾਂਦੀ ਆਦਿ ਸੋਨੇ ਦੇ ਸਿੱਕੇ ਬਣਾਏ ਜਾਂਦੇ ਸਨ। ਪ੍ਰਾਚੀਨ ਸਮੇਂ ਦੇ ਵਿੱਚ ਲੋਕਾਂ ਦੇ ਲਈ ਕਲੀ ਦੇ, ਤਾਂਬੇ ਦੇ, ਕਾਂਸੇ, ਚਾਂਦੀ ਅਤੇ ਸੋਨੇ ਆਦਿ ਦੇ ਸਿੱਕੇ ਬਣਾਏ ਜਾਂਦੇ ਸਨ। ਅੱਜ ਦੇ ਟਾਈਮ ਦੇ ਵਿੱਚ ਵੀ ਬੇਟਾ ਸੋਨੇ ਅਤੇ ਚਾਂਦੀ ਦੇ ਸਿੱਕੇ ਬਣਾਏ ਜਾਂਦੇ ਹਨ। ਕਈ ਵਾਰ ਪੁਰਾਣੇ ਸਿੱਕੇ ਵੀ ਲੱਭ ਲਏ ਜਾਂਦੇ ਸਨ। ਕਈ ਵਾਰੀ ਕੀ ਹੁੰਦਾ ਹੈ ਕਿ ਉਸ ਪ੍ਰਾਚੀਨ ਸਮੇਂ ਦੇ ਵਿੱਚ ਕਿਹੜੇ ਸਿੱਕੇ ਵਰਤੇ ਜਾਂਦੇ ਸੀ, ਇਹਨਾਂ ਤੋਂ ਵੀ ਪੁਰਾਣੇ ਸਿੱਕੇ ਕਿਹੜੇ ਸੀ ਉਹਨਾਂ ਨੂੰ ਵੀ ਲੱਭ ਲਿਆ ਜਾਂਦਾ ਹੈ। ਉਹਨਾਂ ਉੱਤੇ ਰਾਜਿਆਂ ਦੇ ਚਿੱਤਰ ਅਤੇ ਅਨੇਕਾਂ ਹੋਰ ਚੀਜ਼ਾਂ ਜਿਵੇਂ ਕਿ ਜਾਨਵਰਾਂ ਦੇ ਚਿੱਤਰ, ਧਾਰਮਿਕ ਚਿੰਨ੍ਹ, ਸਿੱਕਾ ਜਾਰੀ ਕਰਨ ਵਾਲੇ ਦਾ ਨਾਮ ਅਤੇ ਕਦੀ ਮਿਤੀਆਂ ਲਿਖੀਆਂ ਹੁੰਦੀਆਂ ਸਨ। ਕਹਿੰਦੇ ਕਿ ਜਿਹੜੇ ਉਹ ਸਿੱਕੇ ਸਾਨੂੰ ਲੱਭਦੇ ਹਨ, ਜਿਨ੍ਹਾਂ ਬਾਰੇ ਖੋਜ ਕੀਤੀ ਜਾਂਦੀ ਹੈ, ਉਹਨਾਂ ਉੱਤੇ ਕਈ ਵਾਰੀ ਜਾਨਵਰਾਂ ਦੀ ਪਿਕਚਰ ਹੁੰਦੀ ਹੈ, ਧਾਰਮਿਕ ਚਿੰਨ੍ਹ ਬਣਿਆ ਹੁੰਦਾ ਹੈ। ਕਈ ਸਿੱਕਿਆਂ ਦੇ ਉੱਤੇ ਕਿਸੇ ਦਾ ਵੀ ਜਿਹੜੇ ਰਾਜੇ ਨੇ ਸਿੱਕਾ ਜਾਰੀ ਕੀਤਾ ਉਹਦਾ ਨਾਮ ਲਿਖਿਆ ਹੁੰਦਾ ਸੀ, ਅਤੇ ਕਈ ਵਾਰੀ ਉਸ ਸਿੱਕੇ ਦੇ ਉੱਤੇ ਡੇਟ ਮੈਂਸ਼ਨ ਕੀਤੀ ਹੁੰਦੀ ਸੀ ਕਿ ਕਿਹੜੀ ਤਰੀਕ ਨੂੰ ਇਹ ਸਿੱਕਾ ਜਾਰੀ ਕੀਤਾ ਗਿਆ ਸੀ। ਇਹਨਾਂ ਸਿੱਕਿਆਂ ਤੋਂ ਸਾਨੂੰ ਪ੍ਰਾਚੀਨ ਰਾਜੇ ਨੇ ਉਹਨਾਂ ਦੇ ਰਾਜਵੰਸ਼ ਦਾ, ਪ੍ਰਾਚੀਨ ਕਾਲ ਦੇ ਧਾਰਮਿਕ ਵਿਸ਼ਵਾਸਾਂ ਆਦਿ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਹੁੰਦੀ ਹੈ, ਜਿਹੜੀ ਕਿ ਸਾਨੂੰ ਜਾਣਕਾਰੀ ਪ੍ਰਾਪਤ ਕਰਨ ਦੇ ਵਿੱਚ ਸਹਾਇਤਾ ਕਰਦੇ ਨੇ। ਪ੍ਰਾਚੀਨ ਕਾਲ ਦੇ ਵਿੱਚ ਸਿੱਕਿਆਂ ਦੇ ਵਿੱਚ ਸਾਡੀ ਜਾਣਕਾਰੀ ਪ੍ਰਾਪਤ ਕਰਨ ਦੇ ਵਿੱਚ ਸਹਾਇਤਾ ਕਰਦੇ ਹਨ ਕਿ ਰਾਜਿਆਂ ਦੇ ਉਸ ਸਮੇਂ ਦੇ ਰਾਜਵੰਸ਼ ਕਿਸ ਤਰ੍ਹਾਂ ਦੇ ਸੀਗੇ, ਉਹਨਾਂ ਦੇ ਧਾਰਮਿਕ ਵਿਸ਼ਵਾਸ ਕਿੱਦਾਂ ਦੇ ਸੀ, ਉਹ ਕਿਸ ਤਰ੍ਹਾਂ ਧਾਰਮਿਕ ਲੋਕ ਸੀ, ਕਿੱਦਾਂ ਧਰਮ ਨੂੰ ਮੰਨਦੇ ਸੀ, ਇੰਨਾ ਅਟੁੱਟ ਵਿਸ਼ਵਾਸ ਉਹਨਾਂ ਦਾ ਧਰਮ ਦੇ ਵਿੱਚ ਕਿਸ ਤਰ੍ਹਾਂ ਸੀ। ਨੈਕਸਟ ਆ ਗਿਆ ਮਹਾਕਾਵ ਸਰੋਤ। ਰਾਮਾਇਣ ਅਤੇ ਮਹਾਭਾਰਤ ਨਾਂ ਦੇ 2 ਮਹਾਕਾਵ ਵੈਦਿਕ ਕਾਲ ਵਿੱਚ ਲਿਖੇ ਗਏ ਹਨ। ਮਹਾਕਾਵ ਸਰੋਤ ਬੱਚੇ 2 ਹੀ ਨੇ, ਰਾਮਾਇਣ ਅਤੇ ਮਹਾਭਾਰਤ ਨਾਂ ਦੇ ਮਹਾਕਾਵ ਵੈਦਿਕ ਕਾਲ ਵਿੱਚ ਲਿਖੇ ਗਏ ਨੇ। ਇਹ 2 ਮਹਾਕਾਵ ਨੇ, ਰਾਮਾਇਣ ਅਤੇ ਮਹਾਭਾਰਤ, ਜੋ ਕਿ ਵੈਦਿਕ ਕਾਲ ਵਿੱਚ ਲਿਖੇ ਗਏ ਨੇ। ਮਹਾਭਾਰਤ ਅਤੇ ਰਾਮਾਇਣ ਬੇਟਾ ਅੱਜ ਵੀ ਟੀਵੀ ਦੇ ਉੱਤੇ ਇੱਕ ਸੀਰੀਅਲ ਦੀ ਵਜ੍ਹਾ ਪੇਸ਼ ਕੀਤੇ ਜਾਂਦੇ ਹਨ, ਜੋ ਕਿ ਦਿਖਾਏ ਜਾਂਦੇ ਹਨ। ਉਹ ਸੱਚੀ ਘਟਨਾ ਹੈ ਜਿਹੜੀ ਕਿ ਉਸ ਸਮੇਂ ਰਾਮਾਇਣ ਅਤੇ ਮਹਾਕਾਵ ਦੇ ਵਿੱਚ ਮਹਾਭਾਰਤ ਵਿੱਚ ਕਿਹੜੀਆਂ ਘਟਨਾਵਾਂ ਹੋਈਆਂ, ਉਹ ਸਾਰੀਆਂ ਪੇਸ਼ ਕਰਕੇ ਸਾਡੇ ਸਾਹਮਣੇ ਦਿਖਾਈਆਂ ਜਾਂਦੀਆਂ ਹਨ। ਇਹਨਾਂ ਮਹਾਕਾਵਾਂ ਤੋਂ ਸਾਨੂੰ ਪ੍ਰਾਚੀਨ ਭਾਰਤੀ ਇਤਿਹਾਸ, ਵਿਸ਼ੇਸ਼ ਤੌਰ 'ਤੇ ਆਰੀਆ ਦੇ ਆਗਮਨ ਤੋਂ ਬਾਅਦ ਪ੍ਰਾਚੀਨ ਭਾਰਤੀ ਦੀ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਆਦਿ ਸਥਿਤੀ ਬਾਰੇ ਪਤਾ ਚੱਲਦਾ ਹੈ। ਕਹਿੰਦੇ ਕਿ ਜਿਹੜੇ ਇਹ ਨੇਗੇ ਮਹਾਕਾਵ ਨੇ, ਇਹਨਾਂ ਤੋਂ ਸਾਨੂੰ ਇਤਿਹਾਸ ਦੇ ਬਾਰੇ, ਮਤਲਬ ਕਿ ਆਰੀਆ ਲੋਕਾਂ ਦੇ ਆਗਮਨ, ਜਦੋਂ ਆਰੀਆ ਲੋਕਾਂ ਦਾ ਜਨਮ ਸਥਾਨ ਹੋਇਆ, ਉਹਨਾਂ ਨੇ ਆਰੀਆ ਲੋਕ ਆਏ, ਉਹਨਾਂ ਤੋਂ ਬਾਅਦ ਜਿਹੜਾ ਪ੍ਰਾਚੀਨ ਭਾਰਤ ਵਿੱਚ ਕਿਸ ਤਰ੍ਹਾਂ ਦਾ ਸਮਾਜਿਕ ਜੀਵਨ ਸੀ ਲੋਕਾਂ ਦਾ, ਕਿਸ ਤਰ੍ਹਾਂ ਦੀ ਧਾਰਮਿਕ ਸਥਿਤੀ, ਸੱਭਿਆਚਾਰਕ ਸਥਿਤੀ ਆਦਿ ਸਾਰੀ ਸਥਿਤੀਆਂ ਬਾਰੇ ਸਾਨੂੰ ਪਤਾ ਲੱਗਦਾ ਹੈ ਰਾਮਾਇਣ ਅਤੇ ਮਹਾਭਾਰਤ ਦੇ ਵਿੱਚ। ਥੈਂਕ ਯੂ।